ਸਵਾਗਤ ਹੈ ਜੀ ਤੁਹਾਡਾ ਆਪਣੀ ਪੰਜਾਬੀ ਦੀ ਅੱਜ ਦੀ ਕਲਾਸ ਦੇ ਵਿੱਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਆਰੰਭਤਾ ਤੋਂ, ਜਿਸ ਦੇ ਵਿੱਚ ਆਪਾਂ ਚਰਚਾ ਕਰਾਂਗੇ ਜੀ ਨਾਥ ਜੋਗੀਆਂ ਦੇ ਸਾਹਿਤ ਤੋਂ। ਨਾਥ ਜੋਗੀਆਂ ਦਾ ਸਾਹਿਤ ਜੋ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਰੱਖਦਾ ਹੈ, ਅੱਜ ਆਪਾਂ ਉਸ ਦੇ ਬਾਰੇ ਇੱਕ ਬਰੀਫਲੀ ਸੰਖੇਪਤਾ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ। ਤੁਸੀਂ ਇਸ ਵੀਡੀਓ ਨੂੰ ਆਰੰਭਤਾ ਤੋਂ ਲੈ ਕੇ ਅੰਤ ਤੱਕ ਬਿਲਕੁਲ ਧਿਆਨ ਦੇ ਨਾਲ ਸੁਣਨਾ ਹੈ ਅਤੇ ਜ਼ਰੂਰੀ ਗੱਲਾਂ ਨੂੰ ਤੁਸੀਂ ਨੇ ਆਪਣੀ ਕਾਪੀ ਦੇ ਉੱਤੇ ਨੋਟ ਵੀ ਕਰਨਾ ਹੈ। ਸੋ ਆਪਾਂ ਆਰੰਭਤਾ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੇ ਵਿੱਚ ਪੂਰਵ ਨਾਨਕ ਕਾਲ ਤੋਂ। ਦੇਖੋ, ਪੂਰਵ ਨਾਨਕ ਕਾਲ ਉਹ ਸਮਾਂ ਜਿਸ ਨੂੰ ਪੰਜਾਬੀ ਸਾਹਿਤ ਦੇ ਇਤਿਹਾਸਕਾਰ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਸਮੇਂ ਨੂੰ ਪੂਰਵ ਨਾਨਕ ਕਾਲ ਦਾ ਨਾਮ ਦਿੱਤਾ ਹੈ। ਉਸ ਤੋਂ ਅਸੀਂ ਆਰੰਭਤਾ ਕਰਨਾ ਸ਼ੁਰੂ ਜਾ ਰਹੇ ਹਾਂ। ਦੇਖੋ, ਨਾਥ ਜੋਗੀਆਂ ਦੇ ਸਾਹਿਤ ਨੂੰ ਕਿਉਂਕਿ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਜਗ੍ਹਾ ਦਿੱਤੀ। ਬੇਸ਼ੱਕ ਕਿ ਉਹਨਾਂ ਤੋਂ ਪਹਿਲਾਂ ਵੀ ਬਾਬਾ ਬੁੱਧ ਸਿੰਘ ਜੀ ਨੇ 3 ਖੋਜ ਨਾਲ ਸੰਬੰਧਿਤ ਪੁਸਤਕਾਂ ਲਿਖੀਆਂ, ਪਰ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਨਾਥ ਜੋਗੀਆਂ ਦੇ ਸਾਹਿਤ ਨੂੰ ਜਗ੍ਹਾ ਦਿੱਤੀ ਹੈ। ਉਹਨਾਂ ਦੀਆਂ ਸਾਨੂੰ ਜੋ ਪੁਸਤਕਾਂ ਮਿਲਦੀਆਂ ਹਨ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਦੀਆਂ, ਜੋ ਕਿ ਇਤਿਹਾਸਕਾਰੀ ਨਾਲ ਸੰਬੰਧਿਤ ਪੁਸਤਕਾਂ ਹਨ, ਜਿਨ੍ਹਾਂ ਦੇ ਵਿੱਚੋਂ ਆਈ ਹਿਸਟਰੀ ਆਫ ਪੰਜਾਬੀ ਲਿਟਰੇਚਰ, ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਐਂਡ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਇਹ ਸਾਨੂੰ 3 ਪੁਸਤਕਾਂ ਉਹਨਾਂ ਦੀਆਂ ਖੋਜ ਨਾਲ ਸੰਬੰਧਿਤ ਮਿਲਦੀਆਂ ਹਨ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬੀ ਸਾਹਿਤ ਦੇ ਸਮੇਂ ਨੂੰ ਕਾਲਕ੍ਰਮ ਨੂੰ ਨਿਰਧਾਰਿਤ ਕੀਤਾ ਹੈ, ਜਿਸ ਨੂੰ ਉਹ 1450 ਤੋਂ ਜੋ ਪਹਿਲਾਂ ਦਾ ਸਮਾਂ ਹੈ ਉਸ ਨੂੰ ਪੂਰਵ ਨਾਨਕ ਕਾਲ, ਗੋਰਖ ਨਾਥ ਦਾ ਕਾਲ ਜਾਂ ਫਿਰ ਨਾਥ ਜੋਗੀਆਂ ਦਾ ਕਾਲ, ਅਲੱਗ-ਅਲੱਗ ਨਾਵਾਂ ਦੇ ਨਾਲ ਉਹ ਉਸ ਨੂੰ ਨਿਵਾਜਦੇ ਹਨ। ਇਸ ਦੇ ਨਾਲ ਹੀ ਉਸ ਤੋਂ ਬਾਅਦ ਵਿੱਚ ਜੋ ਸਮਾਂ ਆਉਂਦਾ ਹੈ ਨਾਨਕ ਕਾਲ ਦਾ, ਇਸ ਨੂੰ ਉਹ ਨਾਨਕ ਕਾਲ ਜਾਂ ਫਿਰ ਜਗਤ ਗੁਰੂ ਨਾਨਕ ਦਾ ਅਹਿਦ, ਜਾਂ ਫਿਰ ਉਸ ਤੋਂ ਬਾਅਦ ਅਗਲਾ ਸਮਾਂ ਜੋ ਲਗਭਗ 1700 ਤੋਂ ਹੈ, ਉਸ ਦੇ ਵਿੱਚ ਪਿਛਲਾ ਮੁਗਲ ਕਾਲ ਜਾਂ ਫਿਰ ਪ੍ਰੇਮ ਸ਼ੁਮਾਰਕ ਕਾਲ ਅਤੇ ਦੂਸਰਾ ਮੁਗਲਈ ਕਾਲ ਜਾਂ ਫਿਰ ਵਾਰਿਸ ਸ਼ਾਹ ਕਾਲ ਦੇ ਨਾਮ ਨਾਲ ਉਹ ਉਸ ਨੂੰ ਨਾਮ ਦਿੰਦੇ ਹਨ। ਸੋ ਇਸ ਤਰ੍ਹਾਂ ਕਰਕੇ ਡਾਕਟਰ ਮੋਹਨ ਸਿੰਘ ਦੀਵਾਨਾ ਨੇ ਜੋ ਨਾਥ ਜੋਗੀਆਂ ਦਾ ਸਾਹਿਤ ਹੈ ਉਸ ਨੂੰ ਸਭ ਤੋਂ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਵਿੱਚ ਜੋ ਹੈ ਜਗ੍ਹਾ ਦਿੱਤੀ ਹੈ। ਸੋ ਅੱਜ ਅਸੀਂ ਪੰਜਾਬੀ ਸਾਹਿਤ ਦੇ ਵਿੱਚ ਨਾਥ ਜੋਗੀਆਂ ਦੁਆਰਾ ਰਚੇ ਸਾਹਿਤ ਦੀ ਜੋ ਮਹੱਤਤਾ ਹੈ ਉਸ ਨੂੰ ਅਸੀਂ ਜਾਣਨ ਦਾ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਜੋਗ ਮਤ ਕੀ ਹੁੰਦਾ ਹੈ। ਜੋਗ ਕੀ ਹੈ, ਜਿਸ ਨੂੰ ਕਿ ਅਲੱਗ-ਅਲੱਗ ਨਾਮ ਮਤ, ਜਿਸ ਤਰ੍ਹਾਂ ਸਿੱਧ ਮਤ, ਜੋਗੀ, ਸਾਧ, ਸਾਧੂ, ਸੰਤ, ਅਵਧੂ, ਅਵਧੂਤ ਆਦਿ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ। ਸੋ ਇਹ ਅਲੱਗ-ਅਲੱਗ ਨਾਮ ਨੇ ਜੀ ਨਾਥ ਜੋਗੀਆਂ ਦੇ। ਇਹ ਜਿਹੜੇ ਨਾਮ ਨੇ ਇਹ ਲਗਭਗ ਇੱਕੋ ਹੀ ਮਤ ਦੇ ਲਈ ਅਲੱਗ-ਅਲੱਗ ਨਾਮ ਸਾਡੇ ਸਾਹਮਣੇ ਆਉਂਦੇ ਹਨ। ਵਿਦਵਾਨ ਇਸ ਨੂੰ ਸਿੱਧ ਮਤ ਦੇ ਨਾਮ ਨਾਲ ਵੀ ਜਾਣਦੇ ਹਨ। ਕਈ ਵਿਦਵਾਨ ਇਸ ਨੂੰ ਸਿੱਧ ਮਤ ਦਾ ਨਾਮ ਦਿੰਦੇ ਹਨ। ਸਿੱਧ ਜਿਹਦਾ ਭਾਵ ਲਿਆ ਜਾਂਦਾ ਹੈ ਕਿ ਨਿਰਣਾ ਕੀਤਾ ਹੋਇਆ, ਜਦੋਂ ਕਿਸੇ ਚੀਜ਼ ਦਾ ਨਿਰਣਾ ਹੋ ਜਾਂਦਾ ਹੈ ਉਸ ਨੂੰ ਕਹਿੰਦੇ ਸਿੱਧ ਹੋ ਗਿਆ, ਜਾਂ ਫਿਰ ਕਿਸੇ ਚੀਜ਼ ਨੂੰ ਸਿੱਧ ਕਰ ਦੇਣਾ, ਸਿੱਧ ਕੀਤਾ ਹੋਇਆ ਜਾਂ ਫਿਰ ਨਿਰਣੇ ਕੀਤਾ ਹੋਇਆ। ਠੀਕ ਹੈ ਨਾ। ਸਿੱਧ ਸ਼ਬਦ ਆਪਾਂ ਗੱਲ ਕਹਿ ਸਕਦੇ ਹਾਂ ਕਿ ਕੁਝ ਸਿਧਾਂਤਾਂ ਨੂੰ ਜੋ ਹੈ ਸਿੱਧ ਕਰ ਦੇਣਾ, ਕੁਝ ਸਿਧਾਂਤਾਂ ਨੂੰ ਪੇਸ਼ ਕਰ ਦੇਣਾ। ਸੋ ਇਸ ਤਰ੍ਹਾਂ ਕਰਕੇ ਜਿਨ੍ਹਾਂ ਜੋਗੀਆਂ ਨੇ ਕੁਝ ਹਾਸਲ ਕੀਤਾ ਹੁੰਦਾ ਹੈ, ਕੁਝ ਸਿੱਧ ਕੀਤਾ ਹੁੰਦਾ ਹੈ, ਕੁਝ ਲਗਾ ਲਓ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਹੁੰਦੀਆਂ ਹਨ, ਉਸ ਨੂੰ ਸਿੱਧ ਕਹਿ ਦਿੱਤਾ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਵਿਦਵਾਨਾਂ ਨੇ ਇਹਦੇ ਅਲੱਗ-ਅਲੱਗ ਜੋ ਅਰਥ ਵੀ ਦੱਸੇ ਹਨ। ਜਿਸ ਤਰ੍ਹਾਂ ਜਿਹੜਾ ਯੋਗ ਸ਼ਬਦ ਹੈ ਸੰਸਕ੍ਰਿਤ ਦਾ ਸ਼ਬਦ ਹੈ, ਜੋ ਕਿ ਪੰਜਾਬੀ ਵਿੱਚ ਜੋਗ ਬਣ ਜਾਂਦਾ ਹੈ ਅਤੇ ਇਹਦਾ ਅਰਥ ਜੋ ਲਿਆ ਜਾਂਦਾ ਹੈ ਉਹ ਲਿਆ ਜਾਂਦਾ ਹੈ ਜੁੜਨਾ। ਜੁੜਨਾ, ਸੰਜਮ ਦੇ ਵਿੱਚ ਰਹਿਣਾ, ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਜੁੜਨਾ, ਇੱਕ ਸੰਜਮਤਾ ਦੇ ਵਿੱਚ ਰਹਿਣਾ ਅਤੇ ਮਨ ਨੂੰ ਡੋਲਣ ਨਾ ਦੇਣਾ, ਅਡੋਲ ਰੱਖਣਾ ਆਪਣੇ ਮਨ ਨੂੰ। ਨਾਥ ਜੋਗੀਆਂ ਦਾ ਇਹ
ਖਾਸੀਅਤ ਹੈ ਕਿ ਭਾਈ ਉਹਨਾਂ ਨੂੰ ਜੋ ਮੇਨ ਇਹ ਸਿਧਾਂਤ ਦਿੱਤੇ ਗਏ ਹਨ ਕਿ ਉਹਨਾਂ ਨੇ ਆਪਣੇ ਮਨ ਨੂੰ ਡੁੱਲਣ ਨਹੀਂ ਦੇਣਾ ਹੈਗਾ, ਇਸ ਨੂੰ ਸੰਜਮਤਾ ਦੇ ਵਿੱਚ ਰੱਖਣਾ ਹੈ ਅਤੇ ਰੱਬ ਦੇ ਨਾਲ ਜੋੜ ਕੇ ਰੱਖਣਾ ਹੈ। ਫਿਰ ਇਹਦੇ ਲਈ ਬੇਸ਼ੱਕ ਉਹ ਅਲੱਗ-ਅਲੱਗ ਜਿਹੜੇ ਢੰਗ ਤਰੀਕੇ ਕੁਝ ਲਗਾ ਲਓ, ਕਰਮ ਕਾਂਡ ਲਗਾ ਲਓ, ਕੁਝ ਵੀ ਆਪਾਂ ਗੱਲ ਕਹਿ ਸਕਦੇ ਹਾਂ। ਜਿਸ ਤਰ੍ਹਾਂ ਪ੍ਰਾਣਾਯਾਮ ਕਰਦੇ ਹਨ ਉਹ, ਫਿਰ ਸਮਾਧੀਆਂ ਲਾਉਂਦੇ ਹਨ, ਫਿਰ ਉਸ ਤੋਂ ਬਾਅਦ 'ਚ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਦੂਰ ਰੱਖਣਾ, ਇਹ ਵੀ ਉਹਨਾਂ ਦੀ ਇੱਕ ਖਾਸੀਅਤ ਹੈ ਕਿ ਮਨ ਨੂੰ ਸੰਸਾਰਕ ਜਿਹੜੇ ਵਿਸ਼ੇ ਵਿਕਾਰ ਹਨ ਉਹਨਾਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਦੂਰ ਕਰਕੇ ਰੱਖਣਾ ਹੈ। ਫਿਰ ਇਹਨਾਂ ਨਾਥ ਜੋਗੀਆਂ ਦੀ ਕੁਝ ਚਿੰਨ੍ਹ ਅਤੇ ਕੁਝ ਪ੍ਰਤੀਕ ਵੀ ਇਹਨਾਂ ਦੇ ਹੁੰਦੇ ਹਨ। ਕੁਝ ਇਹਨਾਂ ਦੀ ਯੂਨੀਫਾਰਮ ਲਗਾ ਲਓ, ਆਪਾਂ ਗੱਲ ਕਹਿ ਸਕਦੇ ਹਾਂ। ਜਿਵੇਂ ਲੋਕ ਨਾ ਮੁਦਰਾ ਜਿਹੜੇ ਹੈਗੀਆਂ ਨੇ, ਮੁੰਦਰਾ ਧਾਰਨ ਕਰਕੇ ਰੱਖਦੇ ਹਨ, ਠੀਕ ਹੈ, ਆਪਣੇ ਸਰੀਰ ਦੇ ਉੱਤੇ ਭਸਮ ਲਗਾ ਕੇ ਰੱਖਦੇ ਹਨ ਅਤੇ ਉਹਨਾਂ ਦੀ ਧਾਰਨਾ ਹੈ ਕਿ ਸਰੀਰ 'ਤੇ ਭਸਮ ਲਗਾਉਣ ਦੇ ਨਾਲ ਜੋ ਮਤਲਬ ਕਿ ਕਾਮ ਵਾਸ਼ਨਾਵਾਂ ਹੁੰਦੀਆਂ ਨੇ ਉਹ ਜਾਗਰਤ ਨਹੀਂ ਹੁੰਦੀਆਂ ਹੈਗੀਆਂ, ਠੀਕ ਹੈ, ਅਤੇ ਇਨਸਾਨ ਨੂੰ ਆਪਣੀ ਜਿਹੜੀ ਮੌਤ ਹੈ ਉਹ ਵੀ ਯਾਦ ਰਹਿੰਦੀ ਹੈ। ਇਹ ਲੋਕ ਜਨੇਊ ਵੀ ਪਹਿਨ ਕੇ ਰੱਖਦੇ ਹਨ, ਪਰ ਇਹ ਜਨੇਊ ਆਮ ਬ੍ਰਾਹਮਣ ਲੋਕਾਂ ਦੇ ਨਾਲੋਂ ਥੋੜ੍ਹਾ ਜਿਹਾ ਕਹਿੰਦੇ ਅਲੱਗ ਕਿਸਮ ਦਾ ਹੁੰਦਾ ਸੀ, ਜਿਹੜਾ ਕਿ ਉੱਨ ਦਾ ਬਣਿਆ ਹੁੰਦਾ ਸੀਗਾ ਜੀ ਇਹ। ਅਤੇ ਇਹਨਾਂ ਦੇ ਪਾਸ ਇੱਕ ਸਿੰਘੀ ਨਾਂ ਦਾ ਇੱਕ ਸਾਜ਼ ਵੀ ਹੁੰਦਾ ਸੀ, ਸਿੰਘੀ, ਜਿਹੜਾ ਕਿ ਫੂਕ ਵਾਲਾ ਸਾਜ਼ ਹੁੰਦਾ ਸੀਗਾ, ਜਿਸ ਨੂੰ ਕਿ ਫੂਕ ਮਾਰ ਕੇ ਇਹ ਲੋਕ ਆਵਾਜ਼ ਕੱਢ ਕੇ ਆਵਾਜ਼ ਪੈਦਾ ਕਰਿਆ ਕਰਦੇ ਸਨ। ਇਹ ਲੋਕ ਫਿਰ ਗਲ ਦੇ ਵਿੱਚ ਨਾ ਇੱਕ ਰੁਦਰਾਕਸ਼ ਜਿਹੜੇ ਵੱਡੇ ਵੱਡੇ ਮੋਤੀ ਹੁੰਦੇ ਹਨ ਉਹਦੀ ਇੱਕ ਮਾਲਾ ਵੀ ਪਹਿਨ ਕੇ ਰੱਖਦੇ ਸਨ ਅਤੇ ਇੱਕ ਮੁੰਜ ਦੀ ਬਣੀ ਰੱਸੀ ਨੂੰ ਕਮਰ ਦੇ ਉੱਤੇ ਲਪੇਟ ਕੇ ਰੱਖਿਆ ਕਰਦੇ ਸਨ, ਜਿਸ ਨੂੰ ਕਿ ਆਪਾਂ ਗੱਲ ਕਹਿ ਦਈਏ ਰੇਖਲਾ ਕਿਹਾ ਜਾਂਦਾ ਹੈ। ਇਸ ਨੂੰ ਰੇਖਲਾ ਜਾਂ ਕਈ ਥਾਵਾਂ 'ਤੇ ਮੇਖਲਾ ਵੀ ਲਿਖਿਆ ਮਿਲਦਾ ਹੈ, ਸਾਨੂੰ ਮੇਖਲਾ ਜਾਂ ਰੇਖਲਾ ਇਸ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਸੋ ਇਸ ਤਰ੍ਹਾਂ ਕਰਕੇ ਇਹਨਾਂ ਦੀ ਖਾਸੀਅਤ ਇੱਕ ਹੋਰ ਹੈ ਜੀ, ਇਹ ਨਾ ਇੱਕ ਆਪਣੇ ਨਾਂ ਨਾਲ ਇੱਕ ਇਹ ਪਵਿੱਤਰੀ ਵੀ ਰੱਖਿਆ ਕਰਦੇ ਸਨ। ਪਵਿੱਤਰੀ ਜਿਹੜੀ ਹੁੰਦੀ ਸੀ ਨਾ ਜੀ, ਇਹ ਹਿਰਨ ਦੇ ਸਿੰਘ ਦੀ ਬਣੀ ਹੁੰਦੀ ਸੀਗੀ ਜੀ, ਹਿਰਨ ਦੇ ਸਿੰਘ ਦੀ ਬਣੀ ਹੁੰਦੀ ਸੀ, ਇਸ ਨੂੰ ਕਿਹਾ ਜਾਂਦਾ ਸੀਗਾ ਜੀ ਪਵਿੱਤਰੀ। ਸੋ ਇਸ ਦੇ ਨਾਲ ਹੀ ਇੱਕ ਆਪਣੇ ਨਾਲ ਹੋਰ ਇੱਕ ਚਿੱਪੀ ਨਾਂ ਦਾ ਇੱਕ ਬਰਤਨ ਜੋ ਕਿ ਭਿੱਖਿਆ ਮੰਗਣ ਦੇ ਲਈ ਹੁੰਦਾ ਸੀਗਾ, ਉਹ ਵੀ ਨਾਲ ਰੱਖਿਆ ਕਰਦੇ ਸਨ, ਠੀਕ ਹੈ ਨਾ। ਸੋ ਇਸ ਤਰ੍ਹਾਂ ਕਰਕੇ ਇਹ ਯੋਗ ਮਤ ਦੀ ਕੁਝ ਆਪਾਂ ਗੱਲ ਕਹਿ ਦਈਏ ਕੁਝ ਬੇਸਿਕ ਜਿਹੀ ਜਾਣਕਾਰੀ ਹੈ। ਦੇਖੋ ਇਸ ਤੋਂ ਬਾਅਦ ਵਿੱਚ ਡਾਕਟਰ ਜੀਤ ਸਿੰਘ ਸ਼ੀਤਲ ਇਹਨਾਂ ਦੇ ਬਾਰੇ ਕੀ ਆਖਦਾ ਹੈ, ਆਪਾਂ ਉਹ ਵੀ ਵਿਚਾਰ ਕਰ ਲੈਣਾ ਇੱਕ ਵਾਰੀ, ਕਿ ਜੋਗੀਆਂ ਦੇ ਮਹੰਤਾ ਦੀ ਉਪਾਧੀ ਨੂੰ ਨਾਥ ਕਿਹਾ ਜਾਂਦਾ ਹੈ। ਨਾਥ ਸਵਾਮੀ ਦੇ ਅਰਥ ਵਿੱਚ ਆਉਂਦਾ ਹੈ, ਸਵਾਮੀ ਦੇ ਅਰਥਾਂ ਵਿੱਚ ਆਉਂਦਾ ਹੈ, ਇਹ ਭਾਵੇਂ ਸਵਾਮੀ ਹੁੰਦੇ ਨੇ। ਯੋਗੀ ਲਈ ਯੋਗ ਸ਼ਬਦ ਵਰਤਿਆ ਜਾਂਦਾ ਹੈ, ਜਿਹੜੇ ਜੋਗੀ ਹੁੰਦੇ ਨੇ ਉਹਨਾਂ ਦੇ ਲਈ ਜੋਗੀ ਸ਼ਬਦ ਵਰਤਿਆ ਜਾਂਦਾ ਹੈ, ਜੋ ਇਹਨਾਂ ਦੇ ਜੋਗੀ ਹੁੰਦੇ ਹਨ, ਜੋ ਕਮਾਉਂਦੇ ਹਨ ਜਿਹੜੇ, ਲਗਾ ਲਓ, ਠੀਕ ਹੈ। ਸੋ ਉਸ ਤੋਂ ਬਾਅਦ ਵਿੱਚ ਆਪਾਂ ਕੁਝ ਹੋਰ ਪਰਿਭਾਸ਼ਾਵਾਂ ਦੇਖ ਕੇ ਆਪਾਂ ਚੱਲਦੇ ਹਾਂ ਜੀ। ਜਿਸ ਤਰ੍ਹਾਂ ਕਿ ਸਾਡੇ ਕੋਲੇ ਕਿਰਪਾਲ ਸਿੰਘ ਕਸੇਲ ਇਹ ਉਦਾਹਰਨ ਦਿੰਦੇ ਹਨ ਕਿ ਜੋਗੀਆਂ ਦੇ ਰਚੇ ਸਾਹਿਤ ਸਦਕਾ ਪੰਜਾਬੀ ਭਾਸ਼ਾ ਦੀ ਉਤਪਤੀ ਦੀ ਪ੍ਰਾਚੀਨਤਾ ਤੇ ਕਵਿਤਾ ਦੀ ਅਨੁਸਮਤਾ ਦਾ ਗਿਆਨ ਹੁੰਦਾ ਹੈ। ਦੇਖੋ ਡਾਕਟਰ ਕਿਰਪਾਲ ਸਿੰਘ ਇਹਨਾਂ ਨੂੰ ਦੇ ਵਿੱਚ ਆਪਣੀ ਭਾਸ਼ਾ ਦੀ ਗੱਲ ਕਰਦੇ ਹਨ, ਪੰਜਾਬੀ ਭਾਸ਼ਾ ਦੀ, ਕਿਉਂਕਿ ਦੇਖੋ ਸਾਨੂੰ ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੇ ਵਿੱਚ ਰਚਿਆ ਹੋਇਆ ਕੋਈ ਸਾਹਿਤ ਹੋਰ ਨਹੀਂ ਪ੍ਰਾਪਤ ਹੁੰਦਾ। ਸੋ ਉਸ ਤੋਂ ਬਾਅਦ ਦੇ ਵਿੱਚ ਡਾਕਟਰ ਰਾਧਾ ਕ੍ਰਿਸ਼ਨ ਦੇ ਅਨੁਸਾਰ ਯੋਗ ਮਨੁੱਖ ਨੂੰ ਉਹਨਾਂ ਦੀਆਂ ਇੱਛਾਵਾਂ 'ਤੇ ਕਾਬੂ ਰੱਖਣ ਦੇ ਸਮਰਥ ਬਣਾਉਂਦਾ ਹੈ। ਜਦੋਂ ਉਹ ਇਸ ਯੋਗ ਨੂੰ ਧਾਰਨ ਕਰ ਲੈਂਦੇ ਹਨ ਤਾਂ ਉਹ ਆਪਣੇ ਆਪ ਨੂੰ ਮਤਲਬ ਜੋ ਉਹਨਾਂ ਦੀਆਂ ਇੱਛਾਵਾਂ ਹੁੰਦੀਆਂ ਹਨ ਉਹਨਾਂ ਦੇ ਉੱਤੇ ਉਹ ਕਾਬੂ ਰੱਖਣਾ ਉਹ ਸਿੱਖ ਜਾਂਦੇ ਹਨ, ਜਿਹੜੀਆਂ ਉਸ ਰਸਤੇ ਦੇ ਵਿੱਚ ਰੁਕਾਵਟ ਪਾਉਂਦੀਆਂ ਨੇ, ਜੋ ਪਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਰੁਕਾਵਟ ਪਾਉਂਦੀਆਂ ਹਨ। ਜਦੋਂ ਇਨਸਾਨ ਯੋਗ ਨੂੰ ਧਾਰਨ ਕਰ ਲੈਂਦਾ ਹੈ ਤਾਂ ਉਹਨਾਂ ਦੇ ਉੱਤੇ ਉਹ ਆਪਣਾ ਕਾਬੂ ਪਾ ਲੈਂਦਾ ਹੈ। ਸੋ ਇਸ ਤਰ੍ਹਾਂ ਯੋਗ ਮਤ ਦੇ ਬਾਰੇ ਅਲੱਗ-ਅਲੱਗ ਵਿਦਵਾਨਾਂ ਨੇ ਆਪਣੇ ਜੋ ਵਿਚਾਰ ਹਨ ਉਹ ਦਿੱਤੇ ਹਨ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੇ ਵਿੱਚ ਜੋ ਨਾਥ ਜੋਗੀ ਹੋਏ ਹਨ। ਦੇਖੋ ਡਾਕਟਰ ਮੋਹਨ ਸਿੰਘ ਦੀਵਾਨਾ ਅਨੁਸਾਰ 8ਵੀਂ 9ਵੀਂ ਸਦੀ ਦੇ ਵਿੱਚ ਪੰਜਾਬੀ ਸਾਹਿਤ ਦਾ ਜੋ ਮੁੱਢ ਹੈ ਉਹ ਨਾਥ ਜੋਗੀਆਂ ਦੇ ਸਾਹਿਤ ਦੇ ਨਾਲ ਵੱਜਦਾ ਹੈ। ਨਾਥ ਜੋਗੀਆਂ ਦੇ ਸਾਹਿਤ ਤੋਂ ਹੀ ਇਹ ਜਿਹੜਾ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਇਹਦਾ ਜੋ ਮੁੱਢ ਹੈ ਉਹ ਸਾਨੂੰ ਨਜ਼ਰ ਆਉਂਦਾ ਹੈ, ਜਿਸ ਦੇ ਵਿੱਚ ਡਾਕਟਰ ਮੋਹਨ ਸਿੰਘ ਦੀਵਾਨਾ ਨੇ 16 ਨਾਥਾਂ ਦੀ ਇੱਕ ਸੂਚੀ ਪੇਸ਼ ਕੀਤੀ ਹੈ, ਜਿਹਦੇ ਵਿੱਚ ਮੁਛੰਦਰ ਨਾਥ ਹੈ, ਰਤਨ ਨਾਥ ਹੈ, ਨਿਰਪਤ ਹੈ, ਮਥਰਾ ਦਾਸ, ਲਛਮਣ ਦਾਸ, ਗੁਸਾਈ ਦਾਸ, ਜਲੰਧਰ ਨਾਥ, ਧਰਮ
नाथ, गुरदास, साईं दास, धर्मदास, गोरखनाथ, बिशन दास, जोधा राम, भवानी दास, पंजाब दास, ब्रह्मदास, इन्हां अलग अलग नावां नूं डॉक्टर मोहन सिंह दीवाना ने अपनी इतिहासकारी दे विच पेश किया है। सो अगे असीं गल करन जा रहे हाँ इन्हां दे जो कुछ स्थान सानूं मिलते हैं, जो इन्हां दे प्राचीन स्थान नाथ जोगियां दे, क्योंकि देखो इन्हां दे जो मूल स्थान सीगे जी ਉਹ पंजाब अते राजस्थान दे विच सी। पंजाब अते राजस्थान दे विच अज भी इन्हां दे नाल संबंधित सानूं कुछ इन्हां दे सानूं जगहावां मिलदियां हन, कुछ इन्हां दे चिन्ह सानूं मिलदे हन, कुछ निशानियां स्थान इन्हां दे सानूं मिलदे हन, जिन्हां दे विचों देखो कुछ तस्वीरां तुहाडे सामने भी नज़र आ रही हैं। जी देखो एक गोर खटड़ी जो कि पेशावर पाकिस्तान दे विच बनी हुई है, बालनाथ दा टिला जेहलम, चुरंगी नाथ दी धुनी अबोहर दे विच अते पूਰਨ दा खूह जो है सियालकोट दे विच बनया होया है। जेकर इस दी आपां आरंभता की गल करिए तो डॉक्टर मोहन सिंह दीवाना इस नाथ जोगियां की जो आरंभता है वह इन्हां दा जन्म लगा लो अथर्ववेद तो होया मानता है, जदों कि डॉक्टर राधा कृष्णन इहदा जो जन्म है इन्हां दा इस मत दा आरंभता है वह उपनिषदां तो हुई वह मनते हैं। सो इस तरह करके अलग अलग विद्वानां ने इस दे बारे अपने जो विचार हैं अलग अलग दिते हैं। तो सब तो पहला असी गल करन जा रहे हाँ नाथ जोगियां दे विच, जिसनों कि नाथ जोगियां दे विच कई विद्वानां ने इसनों आदनाथ का नाम भी दिता है। अज असी गल करन जा रहे हैं सब तो पहला मुछंदर नाथ दी। मुछंदर नाथ जो कि नाथ मत का प्रथम पहला अवतार इसनों मन्निया गया है, नाथ मत का पहला अवतार मन्निया गया है मुछंदर नाथ नूं। देखो नाथ मत का मोढी है भगवान शिव महादेव दा यह शरीरक रूप मन्निया गया है, ठीक है। मनुखी रूप दे विच जो महादेव हैं भगवान शिव शंकर हैं उन्हां दा मनुखी रूप आदनाथ इसनूं जो है मन्निया जाता है कि भाई ये मुछंदर नाथ जो है इस शरीरक तौर के उत्ते प्रथम अवतार ये बन के आउंदा है। सो उस तो बाद विच देखो जो इसका अनुमानक समा है, देखो अनुमानक समा इहदा जो रखा गया है वो 9वीं सदी रखा गया है। इहदियां रचनावां सानूं ਆਪਾਂ ਨੂੰ ਪੰਜਾਬੀ ਵਿੱਚ बहुत ज़्यादा नहीं मिलदियां, क्योंकि ਇਹਦੀਆਂ रचनावां ਵਧੇਰੇ करके सानूं संस्कृत ਵਿੱਚ मिलदियां ਹਨ ਅਤੇ केवल ਇਹਨਾਂ ਦੀਆਂ ਇੱਕ ਦੋ जो शब्द ਹਨ अपभ्रंश ਦੇ ਵਿੱਚ ਅਤੇ ਸਾਧ ਭਾਸ਼ਾ ਦੇ ਵਿੱਚ ਸਾਨੂੰ ਮਿਲਦੇ ਹਨ। ਅਤੇ ਇਹਨਾਂ ਨੇ ਆਪਣੀ ਰਚਨਾ ਦੇ ਵਿੱਚ ਨਾ ਜ਼ਿਆਦਾਤਰ ਜਿਹੜੀ ਵਰਤੋਂ ਕੀਤੀ ਹੈ ਜੀ ਉਹ ਰਾਜਸਥਾਨੀ ਸ਼ਬਦਾਂ ਦੀ ਕੀਤੀ ਹੈ। ਸਾਨੂੰ ਰਾਜਸਥਾਨੀ ਸ਼ਬਦਾਂ ਦੀ ਵਰਤੋਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਬੜੀ ਦੇਖਣ ਨੂੰ ਮਿਲਦੀ ਹੈ। ਅਤੇ नाथ मत दे विच सब तो जो प्रसिद्ध नाथ होया है गोरखनाथ वो इसका चेला सीगा जी, ठीक है ना। सो गोरखनाथ का इहदा चेला मन्निया जाता है। अते जो जलंधर नाथ होया है एक होर बड़ा प्रसिद्ध नाथ उसनूं इहदा गुरु भाई भी मन्निया गया है। जेकर आपां इहदी रचना की गल करिए मैं तुहानूं दस्सिया है संस्कृत च इन्हां दी रचना ज़्यादा मिलती है। ਅਤੇ उस तो बाद दे विच केवल एक दो शब्द ही हैं जो अपभ्रंश दे विच अपभ्रंश दे स्पैलिंग उरे गलत लिखे हुए हैं जी, प्लीज़ सही कर लो। भब्बा नहीं पाया होया इहदे विच साध भाषा, ठीक है ना, जिसनूं साध भाषा भी कहा जाता है। सो उन्हां दी एक सानूं जो शब्दी भी मिलती है जिहदे विच ओह गल करदे हन पखरड़ी नारी धारा नावेरी मानो भावे भरावत जी रो नावे मारा बलिहारे। देखो इन्हां ने क्योंकि जिहड़ी वरतों की है ज़्यादातर वो राजस्थानी शब्द च वरते हैं। सो ये इन्हां दी एक शब्दी सानूं जो है मुछंदर नाथ की देखने को मिलती है। अगे असी दूसरे जोगी की गल करन जा रहे हाँ जिन्हां दे विच नाम आंदा है जी जलंधर नाथ का। जलंधर नाथ जिहड़ा हैगा यह मुछंदर नाथ का ही समकाली है अते उसका गुरु भाई भी मन्निया जाता है। इसनूं अलग अलग नावां दे नाल जवालेंद्र लवालेंद्र आदि नाथ के नाम नाल भी इसनूं जाना जाता है, ठीक है ना। भट्ट ग्रंथां अनुसार आदनाथ का अवतार है, इसनूं आदनाथ का अवतार मन्निया जाता है। अते पंजाब के जलंधर शहर का संबंध भी इस दे नाल है। सो मतलब कि निश्चय ही इन्हां दा जिहड़ा निवास स्थान हो सकदा जलंधर विच रहा होवे। सो इस गल करके इसनूं मतलब कि इन्हां दे नाम नाल जोड़िया जाता है नाम उसनूं। अते इन्हां दी बहुती दी रचना है वो संस्कृत दे विच अ ते अपभ्रंश दे नेड़े सानूं मिलती है। अपभ्रंश जो कि भाषा का भटकिया होया रूप मन्निया जाता सीगा जी। अते रचना दे विच सानूं जेकर आपां गल करिए तां इहदे विच सानूं गुरमत पंजाबी राजस्थानी शब्दावली ਦਾ भी सानू प्रभाव है जो देखने वास्ते मिलता है। अते श्री नरेंद्र धीर ने इस जलंधर नाथ की एक जो शब्दी है उसकी खोज सानू की हुई मिलती है।
देखो इन्हां दी रचनावां दे विचों आपां थोड़ा जिहा देख लईए, एक बार झाती मार के। देखो गल करदे हन, पुखतानी लागी थारा नाव नी, मन्नै भावे भगवत जी रो नाव मारा। अगे एक इन्हां दी शब्द होर देखो मिलदा है, सुन मंडल में मन का बासा, जहाँ प्रेम जोत प्रकाशा, आपे पूछे आपे कहे, सतगुर मिलै ते प्रेम पद लहे। उस तो बाद दे विच अब जलंधर पान की शब्दी, ਇਹ ਕੁਝ ਇਹਨਾਂ ਦੇ ਰਚਨਾਵਾਂ ਹਨ। ਦੇਖੋ ਕੁਝ ਹੋਰ ਭਾਸ਼ਾਵਾਂ ਦਾ ਰਲਾਵਾ ਹੈ ਇਸ ਦੇ ਵਿੱਚ। ਅੱਗੇ ਆਪਾਂ ਨੂੰ ਮਿਲਦੀ ਹੈ ਦੇਖੋ ਸਨ ਮਨ ਮੰਡਲ, ਉਰੇ ਨਾ ਮਨ ਆਣਾ ਸੀਗਾ ਜੀ, ਉਰੇ ਸਨ ਪਾ ਰੱਖਿਆ ਮਨ ਮੰਡਲ। मन मंडल में मन का बासा, जहाँ प्रेम जोत प्रकाशा, आपै पूछै आपै कहे, सतगुर मिले तो प्रेम लहै। सो ये इन्हां दे सानू शब्द ਜਿਹੜੇ ਹੈਗੇ ਨੇ ਦੇਖਣ ਵਾਸਤੇ ਮਿਲਦੇ ਨੇ। ਅੱਗੇ ਆਪਾਂ ਗੱਲ ਕਰਨ ਜਾ ਰਹੇ ਹਾਂ ਅਗਲੇ ਨਾਥ ਦੀ, ਜਿਸ ਨੂੰ ਕਿ ਅਸੀਂ ਗੋਰਖਨਾਥ ਦੇ ਨਾਮ ਨਾਲ ਜਾਣਦੇ ਹਾਂ। ਗੋਰਖਨਾਥ ਜੋ ਕਿ ਸਭ ਤੋਂ ਵੱਧ ਸਤਿਕਾਰਿਆ ਗਿਆ ਜੋਗਨਾਥ, ਜੋਗਨਾਥ ਦੇ ਵਿੱਚ ਸਭ ਤੋਂ ਵੱਧ ਸਤਿਕਾਰਿਆ ਗਿਆ ਹੈ ਨਾਥ ਜੋਗੀ ਹੈ। ਜੋਗ ਮਤ ਦਾ ਸਭ ਤੋਂ ਵੱਧ ਇਸ ਨੂੰ, ਕਿਉਂਕਿ ਰਚਨਾਵਾਂ ਇਹਨਾਂ ਦੀਆਂ ਸਾਨੂੰ ਜ਼ਿਆਦਾ ਮਿਲਦੀਆਂ ਹਨ, ਇਸ ਲਈ ਸਭ ਤੋਂ ਵੱਧ ਸਨਮਾਨ ਇਹਨਾਂ ਦਾ ਸਾਨੂੰ ਦੇਖਣ ਵਾਸਤੇ ਮਿਲਦਾ ਹੈ। ਮੁਛੰਦਰ ਨਾਥ ਦਾ ਇਹ ਚੇਲਾ ਹੈ ਜੀ, ਅਤੇ ਇਹਨੇ ਬਹੁਤ ਸਾਰੀਆਂ ਇਹਦੇ ਨਾਲ ਜਨਮ ਦੇ ਨਾਲ ਕਥਾਵਾਂ ਵੀ ਪ੍ਰਚਲਿਤ ਰਹੀਆਂ ਹਨ। ਜਿਸ ਤਰ੍ਹਾਂ ਕੁਝ ਵਿਦਵਾਨ ਮੰਨਦੇ ਹਨ ਕਿ ਇਹਨਾਂ ਦਾ ਜੋ ਜਨਮ ਹੈ ਜੁਲਾਹਾ ਜਾਤੀ ਵਿੱਚ ਹੋਇਆ, ਕੋਈ ਤੇਲੀ ਮੰਨਦਾ ਹੈ, ਕੋਈ ਸੁਨਾਰ ਮੰਨਦਾ ਹੈ, ਅਤੇ ਕੋਈ ਇਹਦਾ ਜਨਮ ਗੋਬਰ ਦੇ ਢੇਰ ਤੋਂ ਉਗਮੇ ਹੋਏ ਮੰਨਦੇ ਹਨ ਇਸ ਨੂੰ। ਇਹਨਾਂ ਦੀ ਰਚਨਾਵਾਂ ਦੇ ਵਿੱਚ ਜਾਂ ਫਿਰ ਇਹਨਾਂ ਨੇ ਆਪਣੇ ਜੀਵਨ 'ਚ ਜੋ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਸਮਾਜਿਕ ਕੁਰੀਤੀਆਂ, ਵਰਨਾਂ ਦੇ ਭੇਦ, ਜੋਗ ਮਤ ਵਿੱਚ ਭੇਖਾਂ ਦਾ, ਕੁਰੀਤੀਆਂ ਦਾ ਇਹਨਾਂ ਨੇ ਵਿਰੋਧ ਕੀਤਾ। ਆਪਣੇ ਜੋਗੀਆਂ ਨੂੰ ਸੰਜਮ ਦੇ ਵਿੱਚ ਰਹਿਣ ਦੇ ਲਈ ਅਤੇ ਸੰਜਮਤਾ ਨੂੰ ਧਾਰਨ ਕਰਨ ਲਈ ਸੰਜਮਤਾ ਉੱਤੇ ਚੱਲਣ ਦਾ ਉਪਦੇਸ਼ ਦਿੱਤਾ। ਸਿਮਰਨ ਦੇ ਨਾਲ ਜੋੜਿਆ ਅਤੇ ਇਹਨਾਂ ਨੇ ਆਪਣੇ ਜੋਗੀਆਂ ਨੂੰ ਇਸਤਰੀਆਂ ਤੋਂ ਦੂਰ ਰਹਿਣ ਦੇ ਲਈ ਵੀ ਪ੍ਰੇਰਿਤ ਕੀਤਾ। ਉਹਨਾਂ ਨੂੰ ਇਹਨਾਂ ਨੇ ਅਯਾਸ਼ੀ ਦਾ ਕਾਰਨ ਦੱਸਿਆ। ਸੋ ਗੋਰਖਨਾਥ ਦੀ ਜੋ ਸਾਨੂੰ ਇਹਨਾਂ ਦੁਆਰਾ ਰਚੀ ਹੋਈ ਰਚਨਾ ਹੈ ਉਸ ਵਿੱਚ ਸਾਨੂੰ ਸ਼ਾਂਤ ਰਸ ਦੀ ਪ੍ਰਧਾਨਤਾ ਸਾਨੂੰ ਦੇਖਣ ਨੂੰ ਜ਼ਿਆਦਾ ਮਿਲਦੀ ਹੈ। ਇਸ ਦੇ ਨਾਲ ਹੀ ਇਹਨਾਂ ਨੇ ਗੌੜੀ, ਭੈਰੂ ਅਤੇ ਰਾਮਕਲੀ ਰਾਗ ਦੀ ਵਰਤੋਂ ਵੀ ਆਪਣੇ ਰਚਨਾਵਾਂ ਦੇ ਵਿੱਚ ਕੀਤੀ ਹੈ। ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਦੀਆਂ ਸਾਨੂੰ ਜੋ ਨਿਸ਼ਾਨੀਆਂ ਮਿਲਦੀਆਂ ਹਨ ਉਹ ਹੈ ਗੋਰਖ ਹੱਟੜੀ ਪਿਸ਼ਾਵਰ ਦੇ ਵਿੱਚ, ਅਤੇ ਗੋਰਖ ਦਾ ਟਿੱਲਾ ਜੋ ਕਿ ਜੇਹਲਮ ਦੇ ਵਿੱਚ ਬਣਿਆ ਹੋਇਆ ਹੈ, ਇਹ ਵੀ ਸਾਨੂੰ ਦੇਖਣ ਵਾਸਤੇ ਮਿਲਦਾ ਹੈ। ਅੱਗੇ ਆਪਾਂ ਨਾਥ ਜੋਗੀਆਂ ਦੀਆਂ ਕੁਝ ਰਚਨਾਵਾਂ ਉੱਤੇ ਵਿਚਾਰ ਕਰ ਲੈਂਦੇ ਹਾਂ। ਦੇਖੋ ਇਹਨਾਂ ਦੇ ਜੋ ਰਚਨਾਵਾਂ ਹਨ ਕਾਵ ਰੂਪ ਇਹਨਾਂ ਨੇ ਕਾਫੀ ਵਰਤੇ ਹਨ, ਜਿਸ ਤਰ੍ਹਾਂ ਨੇ ਸ਼ਲੋਕ, ਸਾਖੀ, ਪਦ, ਸ਼ਬਦ, ਸਪਤਵਾਹ, ਪੰਚਹਦ, ਪੰਚਰਹ, ਤਿਥੀ, ਦੋਹਿਆਂ, ਗਿਆਨ, ਚੌਥਸੀ, ਨੋਹ, ਗ੍ਰਹਿ, ਅਸ਼ਟਪਦੀ ਆਦਿ ਇਹਨਾਂ ਨੇ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਦੇਖੋ ਇਹਨਾਂ ਦੇ ਬਹੁਤ ਸਾਰੀਆਂ ਰਚਨਾਵਾਂ ਹਨ, ਜਿਵੇਂ ਅਮਰੋਧ, ਸ਼ਾਸਨਮ, ਅਵਧੂਤ ਗੀਤਾ, ਗੋਰਖ ਗੀਤਾ, ਗੋਰਖਸ਼ ਸ਼ਤਕ, ਗਿਆਨ ਵਰਤ, ਗੋਰਖਸ਼ ਕਲਪ, ਚਤੁਰ ਸ਼ਿਤਾਸ਼ਨ, महारख, मंजरी, सिंध, सिद्धांत पद्धति, गोरक्ष, परिष्टिका, योग, बीज आदि इन्हां दे कुछ रचनावां सानूं संस्कृत दे विच ਇਹ देखण ਨੂੰ ਮਿਲਦੀਆਂ ਹਨ। सो ਆਪਾਂ ਇਹਨਾਂ ਦੁਆਰਾ ਜੋ ਰਚਨਾਵਾਂ ਸਾਨੂੰ ਪੰਜਾਬੀ 'ਚ ਮਿਲਦੀਆਂ ਹਨ ਆਪਾਂ ਉਹਨਾਂ ਬਾਰੇ ਇੱਕ ਵਾਰ ਵਿਚਾਰ ਕਰ ਲੈਂਦੇ ਹਾਂ, ਜਿਨ੍ਹਾਂ ਦੇ ਵਿੱਚ ਦੇਖੋ ਜੋ ਪ੍ਰਸਿੱਧ ਇਹਨਾਂ ਦੇ ਸਤਰਾਂ ਹਨ, ਜਿਵੇਂ ਕਿ ਸੋਨਾ ਲਿਊ ਰਸ ਸੋਨਾ ਲਿਊ, ਜਾਤ ਮੇਰੀ ਜਾਤ ਸੁਨਾਰੀ ਰੇ। ਦੇਖੋ ਇੱਥੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਸੁਨਾਰੀ ਜਾਤ ਭਾਵ ਸੁਨਿਆਰੀ ਜਾਤ ਹੋਣ ਦੀ ਗੱਲ ਕਰਦੇ ਹਨ ਆਪਣੀ ਰਚਨਾਵਾਂ ਦੇ ਵਿੱਚ। ਫਿਰ ਉਹ ਦਾਮ ਕਾੜ ਬਾਗਣ ਲੈ ਆਇਆ, ਮਾਊ ਕਹੇ ਮੇਰਾ ਪੁੱਤ ਵਿਆਹਿਆ। ਦੇਖੋ ਇਹਦੇ ਵਿੱਚ ਬਾਗਣ ਸ਼ਬਦ ਦੀ ਵਰਤੋਂ ਉਹ ਕਰਦਾ ਹੈ, ਔਰਤ ਲਈ ਕਰਦਾ ਹੈ। ਬੇਸ਼ੱਕ ਦੇਖੋ ਇਸ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਔਰਤ ਨੂੰ ਬਹੁਤ ਜ਼ਿਆਦਾ ਸਤਿਕਾਰ ਇਸ ਨੇ ਨਹੀਂ ਦਿੱਤਾ, ਉਸ ਲਈ ਇਸ ਤਰ੍ਹਾਂ ਦਾ ਸ਼ਬਦ ਉਸ ਨੇ ਵਰਤਿਆ ਹੈ, ਬਾਗਣ ਸ਼ਬਦ ਉਸ ਨੇ ਵਰਤਿਆ ਹੈ। गिल्ली लकड़ी को घुन लाया, तीन डाल, एक सेकंड, हाँ जी, गिल्ली लकड़ी को घुन लाया, तीन डाल मुलसन खाया। ਅੱਗੇ ਉਹਨਾਂ ਦੀ ਰਚਨਾ ਸਾਨੂੰ ਮਿਲਦਾ ਹੈ, ਜੋ ਘਰ ਤਿਆਗੇ ਕਹਾਏ ਜੋਗੀ।
घर वासी को कहे जू भोगी, अंतर भावना परखे जोगी, गोरख बोलै मूर्ख सोई। सानू होर उन्हें रचनावां देखने को मिलता है, जोगी होए पर निंदिया चखे, मद मास कर भाओ जो पखे, इकोतर सै पुरख नरके जाए, सत सत पाखंड गोरख राए। हास्या खिलिया रहया रंग, काम क्रोध ना करया संग, हसिया खिलिया गाया गीत, दृढ़ कर राखे अपन जीत। सो उन्हां दी रचनावां दे विच सानूं होर पढ़न वास्ते मिलता है, खदे झरे सलूने खरे, मिठे उपजे रोग, कह गोरख सुनह सिद्धै, अन्न पानी जोग। सो बहुत प्रसिद्ध सतरां ने जी, जिहदे विच देखो उन्होंने विशेष तौर पर अपने रचनावां दे विच अपने जोगियां नूं समाजिक कुरीतियां तो, वर्ण भेद तो, जोग मत दे विच जो भेद कुरीतियां हैं उस तो दूर रहने लई, संजम दे चलण दे लई, परमात्मा दा सिमरन करन लई अते खासकर इस्त्रियां तो इसने दूर रहने दे लई जो है अपने नाथ जोगियां नूं प्रेरणा दित्ती है। सो अगले असीं जोगी दे बारे पढ़न जा रहे हैं, नाथ जोगी बारे। वो हैगा जी चरपटनाथ। चरपटनाथ सो चरपटनाथ नाथ जोगियां दे विच इस नूं हास रस धारा दा मोढी मन्निया जाता है। हास रस धारा दा मोढी कवि किस नूं कहा गया है? चरपटनाथ नूं कहा गया है। चरपटनाथ जो कि गोरखनाथ का ही चेला है अते इस नूं पाखंडी संप्रदाय का मोढी भी कहा गया है। रचना इसकी सानूं सलोकां अते शब्दां दे विच मिलती है अते इसकी रचना की खासियत यह है, इसने अपनी रचना दे विच जति सती भेखां की निंदिया, सुखी रहन की जांच, नीचक हो के खरियां खरियां सुनाण वाला अते संसार नूं कंडियां की वाड़ी कहण वाला कवि है चरपटनाथ। सो इस नूं हास धारा दा अते पाखंडी संप्रदाय का मोढी मन्निया जाता है। जरूर ये गल याद रखियो तुसीं। सो इसने संसार नूं जो कंडियां की वाड़ी कहा है, कंडियां की वाड़ी कहण वाला संसार नूं, सो उसदी ये संसार नूं कहंदा है। बोली गोरख नालों इहदी सानूं ठेठ अते वन सवंता वाली मिलती है। डॉक्टर मोहन सिंह दीवाना अनुसार वह पहला मध्यकालीन दंभ विदारू होया है जिसने नी धड़क अते नी झिझक होके गहरी ते उदासी जोगी ते सन्यासी दी मानसिक दशा नूं नंगा किता है अते उसने इस नूं चोभ लाई है। सो अगे आपां चरपटनाथ दी कुछ रचनावां दे बारे चर्चा कर लैंदे हां। देखो चरपटनाथ क्योंकि उसने जो विखावे का विरोध किया, हास रस का कवि है, वो गल कहता है, भेख का जोगी मैं ना कहाऊँ, भेख का जोगी मैं ना कहाऊँ, आत्म का जोगी चरपट है नाऊँ। आगे देखो गल करता है जी अपने एक होर शब्द दे विच, सुन सिखवंता सुन पतवंता इस जग में कैसे रहना, अखी देखना कन्नी सुनना मुख से कुछ ना कहना। अगे एक उदा शब्द सानू होर मिलता है, दिहे भिख्या राती रस भोग चरपट कहे गवाया जोग, कुत्ते की न्यायी मांग ना जानो, कुत्ते नी न्यायी मांग ना जानो, जिसका काम किसी को साजे और करे तो ठिक्का बाजे। ये स्पेलिंग सही कर लो, ठिक्का बाजे। चरपट कहे यही अचरज देख, कनिक कामनी मिलिया लेख। सो ये चरपटनाथ ने अपनी रचनावां दे विच जिथे दंभ दा पखंड दा भेखियां दा विरोध किया है, उसकी निंदा की है। वो गल करता है, भेख का जोगी मैं ना कहाऊँ, मैं दिखावे का जोगी नहीं हैगा, आत्म का जोगी चरपट है ना, मैं तो आत्मा की गल करने वाला हाँ जी। सो अगला साढ़े सामने जो नाथ जोगी आता है चरपट तो बाद, वो है साढ़े को चुरंगी नाथ। चुरंगी नाथ जिहड़ा कि गोरख दा ही चेला है, मुछंदर नाथ दा चेला है जी। ये जो चुरंगी नाथ है मुछंदर नाथ दा चेला है अते इहदी एक बड़ी ही प्रसिद्ध पुस्तक सानू जो मिलती है प्राण संगली। जरूर याद रखियो जी, प्राण संगली पुस्तक है चुरंगी नाथ दी अते कई विद्वान इस नूं पूर्ण ही मानते हैं। जो पूर्ण है जिसदे बारे कादर यार ने भी किस्सा लिखा है। सो
ਜਿਹਦੇ ਬਾਰੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਗੱਲ ਕੀਤੀ ਹੈ ਆਪਣੇ ਮਹਾਕਾਵ ਦੇ ਵਿੱਚ ਲੂਣਾ ਦੇ ਵਿੱਚ। ਸੋ ਦੇਖੋ ਜਿਹੜਾ ਕਈ ਵਿਦਵਾਨ ਇਸ ਨੂੰ ਪੂਰਨ ਮੰਨਦੇ ਹਨ। ਪ੍ਰਾਣ ਸੰਗਲੀ ਇਹਦੀ ਮਹਾਨ ਰਚਨਾ ਹੈ। ਭਾਸ਼ਾ ਵਿੱਚ ਪੰਜਾਬੀ ਅਤੇ ਰਾਜਸਥਾਨੀ ਦੀ ਰੰਗਤ ਸਾਨੂੰ ਮਿਲਦੀ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਜਿਹੜੇ ਹੈਗੇ ਨੇ ਇੱਕ ਪੁਰਾਤਨ ਗ੍ਰੰਥ ਦਾ ਹਵਾਲਾ ਦੇ ਕੇ ਗੱਲ ਕਰਦੇ ਹਨ, ਜੋ ਗੱਲ ਕਰਦਾ ਹੈ ਕਿ ਮੈਂ ਸਲਵਾਨ ਦਾ ਪੁੱਤਰ ਹਾਂ। ਸਲਵਾਨ ਜੋ ਕਿ ਰਾਜਾ ਸਲਵਾਨ ਸੀਗਾ ਦਾ ਪੁੱਤਰ ਹਾਂ। ਮੈਨੂੰ ਪਿਓ ਨੇ ਅੰਨੇ ਖੂਹ ਵਿੱਚ ਸੁਟਵਾ ਦਿੱਤਾ ਸੀ, ਜਿੱਥੋਂ ਮੈਨੂੰ ਮੁਛੰਦਰ ਨਾਥ ਨੇ ਕੱਢਿਆ। ਮੈਨੂੰ ਮੁਛੰਦਰ ਨਾਥ ਜੋਗੀ ਨੇ ਉਹਦੇ ਵਿੱਚੋਂ ਕੱਢਿਆ। ਮੇਰੇ ਪਿਤਾ ਨੇ ਮੈਨੂੰ ਮਰਵਾਉਣ ਦੇ ਲਈ ਖੂਹ ਵਿੱਚ ਸੁਟਵਾ ਦਿੱਤਾ ਸੀਗਾ ਜੀ। ਸੋ ਕਿਹਾ ਜਾਂਦਾ ਹੈ ਕਿ ਯੋਗ ਧਾਰਨ ਕਰਨ ਤੋਂ ਬਾਅਦ ਜਿਹੜਾ ਪੂਰਨ ਹੈ ਉਸ ਦਾ ਨਾਮ ਚੁਰੰਗੀ ਨਾਥ ਪੈ ਗਿਆ। ਠੀਕ ਹੈ, ਉਸ ਨੂੰ ਹੀ ਚੁਰੰਗੀ ਨਾਥ ਕਿਹਾ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਰਾਜੇ ਸਾਲਵਾਨ ਦਾ ਇਹਨੂੰ ਪੁੱਤਰ ਮੰਨਿਆ ਜਾਂਦਾ ਹੈ। ਸੋ ਇਹਦੀ ਜੋ ਇੱਕ ਸ਼ਬਦ ਸਾਨੂੰ ਮਿਲਦਾ ਹੈ, ਪ੍ਰਸਿੱਧ ਸ਼ਬਦ ਹੈ, ਮਾਲੀ ਲੋ ਮਲ ਮਾਲੀ ਲੋ ਸਿੰਚੈ ਸਹਿਜ ਕਿਆਰੀ, ਉਨਮਨ ਕਲਾ ਏਕ ਪਹਿਪਨ ਪਾਇਲੇ ਆਵਾਗਾਵਨ ਨਿਆਰੀ। ਸੋ ਇਹ ਸਾਨੂੰ ਚੁਰੰਗੀ ਨਾਥ, ਜਿਸ ਨੂੰ ਕਿ ਰਾਜੇ ਸਾਲਵਾਨ ਅਤੇ ਪੂਰਨ ਕਿਹਾ ਜਾਂਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਜੀ ਇੱਕ ਹੋਰ ਜੋਗੀ ਦੀ, ਜਿਸ ਨੂੰ ਕਿ ਹਾਜੀ ਰਤਨ, ਜਿਸ ਨੂੰ ਕਿ ਬਾਬਾ ਰਤਨ, ਜਿਸ ਨੂੰ ਕਿ ਪੀਰ ਰਤਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਜੋ ਰਤਨਨਾਥ ਹੈ ਇਸ ਦਾ ਸੰਬੰਧ ਬਠਿੰਡੇ ਸ਼ਹਿਰ ਦੇ ਨਾਲ ਹੈ। ਕੁਝ ਵਿਦਵਾਨ ਇਸ ਨੂੰ ਬਠਿੰਡੇ ਦਾ ਜੰਪਲ ਮੰਨਦੇ ਹਨ ਅਤੇ ਕੁਝ ਵਿਦਵਾਨ ਇਸ ਨੂੰ ਨੇਪਾਲ ਦਾ ਰਾਜਕੁਮਾਰ ਵੀ ਮੰਨਦੇ ਹਨ ਕਿ ਭਾਈ ਇਹਦਾ ਸੰਬੰਧ ਨੇਪਾਲ ਦੇ ਨਾਲ ਹੈ। ਅਤੇ ਰਚਨਾਵਾਂ ਦੇ ਵਿੱਚ ਇਹਦੀਆਂ ਸਾਨੂੰ ਕਾਫਰ, ਬੋਧ, ਤਟ ਅਵਲਈ, ਸਿਲੂਕ ਇਹ ਸਾਨੂੰ ਰਚਨਾਵਾਂ ਦੇ ਮਿਲਦੀਆਂ ਹਨ। ਕੁਝ ਵਿਦਵਾਨ ਇਸ ਨੂੰ ਸੂਫੀ ਅਤੇ ਇਸਲਾਮੀ ਵੀ ਮੰਨਦੇ ਹਨ। ਬੇਸ਼ੱਕ ਇਸ ਦੇ ਨਾਲ ਬਹੁਤੇ ਵਿਦਵਾਨਾਂ ਦੀ ਰਾਏ ਵੀ ਨਹੀਂ ਮਿਲਦੀ ਹੈਗੀ ਜੀ। ਕਾਬਲ ਤੇ ਜਲਾਲਾਬਾਦ ਵਿੱਚ ਉਹਦੇ ਬਣਾਏ ਹੋਏ ਸ਼ਿਵ ਮੰਦਰ ਸਾਨੂੰ ਮਿਲਦੇ ਹਨ। ਉਹਦਾ ਇੱਕ ਸ਼ਬਦ ਵੀ ਪੜ੍ਹ ਲੈਂਦੇ ਹਾਂ, ਰੂਪਾ ਮੁਹੰਮਦ ਸੋਨਾ ਖੁਦਾਈ, ਦੋਵਾਂ ਵਿੱਚ ਦੁਨੀਆ ਗੋਤਾ ਖਾਈ, ਬਾਬਾ ਰਤਨ ਹਾਜੀ ਐਸੀ ਕਹੇ, ਸਭ ਤੈ ਨਿਆਰਾ ਰਹੇ। ਸੋ ਅੱਗੇ ਅਸੀਂ ਗੱਲ ਕਰਨ ਜਾ ਰਹੇ ਹਾਂ ਅਗਲੇ ਨਾਥ ਜੋਗੀ, ਜਿਸ ਨੂੰ ਅਸੀਂ ਭਰਥਰੀ ਨਾਥ ਦੇ ਨਾਮ ਨਾਲ ਜਾਣਦੇ ਹਾਂ, ਜੋ ਕਿ ਬੈਰਾਗ ਨਾਥ ਦਾ ਮੋਢੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਜੀਵਨ ਕਾਲ ਜੋ ਹੈ 1100 ਤੋਂ ਲੈ ਕੇ 1200 ਈਸਵੀ ਦੇ ਵਿਚਕਾਰ ਮੰਨਿਆ ਜਾਂਦਾ ਹੈ। ਅਤੇ ਭਰਥਰੀ ਨਾਥ ਦੀ ਜਿਹੜੀ ਭੈਣ, ਜਿਸ ਦਾ ਨਾਮ ਮੈਨਾਵੰਤੀ ਸੀ, ਜੋ ਕਿ ਗੋਪੀ ਚੰਦ ਦੀ ਬਾਅਦ ਮਾਤਾ ਬਣਦੀ ਹੈ। ਗੋਪੀ ਚੰਦ ਉਹ ਵੀ ਇੱਕ ਨਾਥ ਹੋਇਆ ਹੈ, ਉਹਦੀ ਇਹ ਮਾਤਾ ਹੈ, ਜਿਸ ਦਾ ਨਾਮ ਸੀਗਾ ਜੀ ਮੈਨਾਵਤੀ। ਸੋ ਭਰਥਰੀ ਨਾਥ ਦੀ ਉਹ ਭੈਣ ਸੀਗੀ। ਰਚਨਾਵਾਂ ਦੇ ਵਿੱਚ ਕੇਵਲ ਸਾਨੂੰ ਇੱਕ ਸ਼ਬਦ ਹੀ ਇਹਨਾਂ ਦਾ ਜੋ ਹੈ ਉਹ ਮਿਲਦਾ ਹੈ। ਅਹੰਕਾਰੇ ਪ੍ਰਿਥਮੀ ਥੀਵੀ, ਪਹੋਪੇ ਹੀਨਾ ਭੰਗ, ਸਤ ਸਖਤ ਪਾਖੰਤਰਾ ਜੋਗੀ ਭਰਥਰੀ, ਪਿੰਡ ਕਾ ਵੈਰੀ ਜੁਨ, ਦੁਖੀਆ ਰੋਵਤ ਸੁਖੀਆ ਹਸੰਤ, ਰਕੇਲਾ ਕਰੰਤ ਕਮਾਈ, ਸੂਰਾ ਸੁਜੰਤ, ਭੁੰਦੂ ਭਜੰਤ, ਸਤ ਸਤ ਭਜੰਤ ਰਾਜਾ ਭਰਥਰੀ। ਇਹਦਾ ਸਾਨੂੰ ਸ਼ਬਦ ਮਿਲਦਾ ਹੈ। ਅਬ ਅਥ ਭਰਥਰੀ ਜੀ ਕੀ ਸ਼ਬਦੀ ਅਹੰਕਾਰੇ ਪ੍ਰਿਥਮੀ ਖੀਵੀ, ਪਹੋਪੇ ਜੀਵ ਭੁੰਗ, ਸਤ ਸਤ ਪਾਖੰਤਰਾ ਜੋਗੀ ਭਰਥਰੀ, ਪਿੰਡ ਕਾ ਵੈਰੀ ਜੂਆ। ਸੋ ਇਹਨਾਂ ਦੀਆਂ ਕੁਝ ਰਚਨਾਵਾਂ ਸਾਨੂੰ ਮਿਲਦੀਆਂ। ਦੇਖੋ ਸਹੀ ਅਰਥ ਆਪਾਂ ਨਹੀਂ ਕਰ ਸਕਦੇ ਇਸ ਦੇ। ਸੋ ਇਹ ਇਹਨਾਂ ਦੇ ਕੁਝ ਪ੍ਰਸਿੱਧ ਰਚਨਾਵਾਂ ਨੇ, ਤੁਸੀਂ ਆਪਣੇ ਮਾਈਂਡ ਵਿੱਚ ਜ਼ਰੂਰ ਰੱਖਿਓ, ਕਈ ਵਾਰ ਸਤਰਾਂ ਪੁੱਛ ਲਈਆਂ ਜਾਂਦੀਆਂ ਨੇ। ਅੱਗੇ ਦੇਖੋ ਗੋਪੀ ਚੰਦ ਦੀ ਗੱਲ ਕਰਦੇ ਹਾਂ, ਜੋ ਕਿ ਨਾਥ ਜੋਗੀ ਹੈ ਗੋਪੀ ਚੰਦ, ਅਤੇ ਇਸ ਦਾ ਜੋ ਪਿਤਾ ਸੀ ਮਾਨਕ ਚੰਦ ਅਤੇ ਮਾਤਾ ਮੈਨਾਵਤੀ, ਇਹਦੀ ਮਾਤਾ ਪਿਤਾ ਨੇ। ਇਹਦਾ ਸੰਬੰਧ ਜੋ ਹੈ ਬੰਗਾਲ ਦੇ ਵਿੱਚ ਬੰਗਾਲ ਦੇ ਪਾਲ ਵੰਸ਼ ਦੇ ਨਾਲ ਇਹਦਾ ਸੰਬੰਧ ਜੋੜਿਆ ਜਾਂਦਾ ਹੈ। ਅਤੇ ਇਹ ਜੋ ਹੈ ਬੰਗਾਲ ਦੇ ਪਾਲ ਵੰਸ਼ ਦੇ ਵਿੱਚ ਹੋਇਆ। ਰਾਜੇ ਆਪ ਇਹ ਗੋਰਖਨਾਥ ਦੇ ਚੇਲੇ ਅਤੇ ਚਰਪਟ ਦੇ ਗੁਰਭਾਈ ਸੀ। ਗੋਰਖਨਾਥ ਦਾ ਚੇਲਾ ਸੀਗਾ ਜੀ ਗੋਪੀ ਚੰਦ, ਅਤੇ ਚਰਪਟਨਾਥ ਦਾ ਜੋ ਆਪਾਂ ਪਿੱਛੇ ਗੱਲ ਕਰਕੇ ਹਾਂ ਉਹਦਾ ਗੁਰਭਾਈ ਹੈ। ਮਾਤਾ ਮੈਨਾਵੰਤੀ ਨੇ ਹੀ ਇਸ ਨੂੰ ਯੋਗ ਧਾਰਨ ਕਰਨ ਦੇ ਲਈ ਪ੍ਰੇਰਿਤ ਕੀਤਾ ਸੀਗਾ ਜੀ।
ਰਚਨਾਵਾਂ ਇਹਦੀਆਂ ਸਾਨੂੰ ਗਾਥਾ, ਸ਼ਬਦੀ ਅਤੇ ਉਦਾਸ ਸਾਨੂੰ ਮਿਲਦਾ ਹੈ। ਸਾਨੂੰ ਇੱਕ ਵਾਰਤਾਲਾਪ ਵੀ ਮਿਲਦੀ ਹੈ। ਵਾਰਤਾਲਾਪ ਦੇ ਜਿਹੜੀ ਕਿ ਇਸ ਦੀ ਮਾਤਾ ਜੋ ਸੀਗੀ ਜੀ ਮੈਨਾਵਤੀ ਅਤੇ ਗੋਪੀ ਚੰਦ ਦੇ ਵਿਚਕਾਰ ਸਾਨੂੰ ਵਾਰਤਾਲਾਪ ਮਿਲਦੀ ਹੈ। ਗੁਰੂ ਹਮਾਰੇ ਗੋਰਖ ਬੋਲੀਐ ਚਰਪਟ ਹੈ ਗੁਰ ਭਾਈ ਜੀ। ਹੁਣ ਇਹ ਕੌਣ ਗੱਲ ਕਹਿ ਰਿਹਾ? ਗੋਪੀ ਚੰਦ ਕਹਿ ਰਿਹਾ ਜੀ ਗੱਲ ਇਹ। ਦੇਖੋ ਜੀ ਦੋ ਹੀ ਗੱਲਾਂ ਸਪਸ਼ਟ ਹੋ ਗਈਆਂ ਕਿ ਭਾਈ ਗੁਰੂ ਇਹਦਾ ਗੋਰਖ ਹੈ ਅਤੇ ਚਰਪਟ ਇਹਦਾ ਗੁਰ ਭਾਈ ਹੈ। ये के शब्द हमको गुरु गोरख किया सोवो लिखा मैनावती माई जी। मैनावती इहदी जो है वो माता है। सो इस तरह करके जी ਜਿਹੜੇ ਨਾਥ ਜੋਗੀ ਹੋਏ ਹਨ ਗੋਪੀ ਚੰਦ ਜੀ, ਆਪਾਂ ਉਹਨਾਂ ਦਾ ਸਾਨੂੰ ਇਹ ਸ਼ਬਦ ਇਹਨਾਂ ਦਾ ਮਿਲਦਾ ਹੈ। ਗਾਥਾ, ਸ਼ਬਦੀ ਅਤੇ ਉਦਾਸ ਦੇ ਰੂਪ ਦੇ ਵਿੱਚ ਰਚਨਾਵਾਂ ਉਹਨਾਂ ਦੇ ਮਿਲਦੀਆਂ ਹਨ। ਸੋ ਫਿਲਹਾਲ ਇੱਥੇ ਆਪਾਂ ਅੱਜ ਦੀ ਕਲਾਸ ਦੀ ਕਰਦੇ ਹਾਂ ਸਮਾਪਤੀ। ਮੈਨੇ ਕੋਸ਼ਿਸ਼ ਕੀਤੀ ਹੈ ਇਸ ਕਲਾਸ ਦੇ ਵਿੱਚ ਪ੍ਰਸਿੱਧ ਨਾਥ ਜੋਗੀਆਂ ਦੇ ਅਤੇ ਉਹਨਾਂ ਦੇ ਰਚਨਾਵਾਂ ਦੇ ਨਾਲ ਬਾਰੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਹਨ। ਦੇਖੋ ਨਾਥ ਜੋਗੀਆਂ ਦਾ ਜੋ ਸਾਹਿਤ ਵਿੱਚ ਯੋਗਦਾਨ ਹੈ ਉਹ ਵਡਮੁੱਲਾ ਹੈ, ਕਿਉਂਕਿ ਪੰਜਾਬੀ ਸਾਹਿਤਕਾਰੀ ਦੇ ਇਤਿਹਾਸ ਦੀ ਆਰੰਭਤਾ ਜੋ ਹੁੰਦੀ ਹੈ ਜੀ ਉਹ ਨਾਥ ਜੋਗੀਆਂ ਤੋਂ ਹੀ ਹੁੰਦੀ ਹੈ। ਨਾਥ ਜੋਗੀਆਂ ਦੁਆਰਾ ਲਿਖੀ ਹੋਈ ਜੋ ਰਚਨਾ ਹੈ ਬੇਸ਼ੱਕ ਉਹ ਪੰਜਾਬੀ ਦਾ ਆਧੁਨਿਕ ਰੂਪ ਦੇ ਨਾਲੋਂ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ, ਬੜੀ ਅਲੱਗ ਹੈ, ਪਰ ਇਹ ਉਸ ਸਮੇਂ ਅਪਭ੍ਰੰਸ਼ ਅਤੇ ਸਾਧ ਭਾਸ਼ਾ ਦੇ ਨੇੜੇ ਹੈ। ਅਤੇ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਨੇ ਇਸ ਨੂੰ ਜੋ ਸਭ ਤੋਂ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਦਿੱਤਾ। ਸੋ ਆਪਾਂ ਅੱਜ ਦੀ ਕਲਾਸ ਦੀ ਕਰਦੇ ਹਾਂ ਇੱਥੇ ਸਮਾਪਤੀ। ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਸੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਵੀਡੀਓ ਨੂੰ ਲਾਈਕ ਕਰਕੇ ਆਪਣੇ ਜੋ ਕੀਮਤੀ ਵਿਚਾਰ ਹਨ ਉਹ ਜ਼ਰੂਰ ਸਾਂਝੇ ਕਰ ਲੈਣੇ। ਮਿਲਦੇ ਹਾਂ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਤੁਹਾਡਾ ਸਮਾਂ ਸਭ ਦਾ ਚੰਗਾ ਰਹੇ। ਧੰਨਵਾਦ।